ਬਹਾਦਰ ਸਿਮਰਿਐ ਕਰ ਨਾਉ ਨਿਤ ਆਵੇ ਤਾਏ। ਤੇਗ ਬਹਾਦਰ ਸਿਮਰਿਐ ਕਰ ਨਾਉ ਨਿਤ ਆਵੇ ਤਾਏ। ਸਤਨਾਮ। ਧੰਨ ਵਾਹਿਗੁਰੂ ਜੀ। ਨਾਹੰ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ। ਪ੍ਰਨਵਤ ਨਾਨਕ ਤਿਨ ਕੀ ਸਰਨਾ, ਜਿਨ ਤੂੰ ਨਾਹੀਂ ਵਿਸਰਿਆ। ਬੇਸ਼ੁਮਾਰ ਅਥਾਹ ਅਗੰਤ ਅਤੁਲੈ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਕਰ ਨਾਉ ਨਿਧ ਆਵੈ ਤਾਏ। ਸਭ ਥਾਈ ਹੋਏ ਸਹਾਏ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਤਖਤ ਚਵਰ ਛਤਰ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 400 ਸਾਲਾ ਆਗਮਨ ਗੁਰਪੁਰਬ ਨੂੰ ਸਮਰਪਿਤ ਹੋ ਕੇ ਆਪ ਸੰਗਤ ਸਤਿਗੁਰ ਮਹਾਰਾਜ ਜੀ ਦੇ ਪਾਵਨ ਇਤਿਹਾਸ ਨੂੰ ਨਿੱਤਾ ਪ੍ਰਤੀ ਸ਼ਰਵਣ ਕਰਦੇ ਹੋ। ਸਤਿਗੁਰੂ ਗੁਰੂ ਬਖਸ਼ਿਸ਼ ਕਰਨ, ਗੁਰੂ ਤੇਗ ਬਹਾਦਰ ਮਹਾਰਾਜ ਵਿੱਚ ਵਰਤਨ, ਸਤਿਗੁਰ ਮਹਾਰਾਜ ਜੀ ਦੀ ਪਾਵਨ ਜੀਵਨ ਦੀ ਵਿਚਾਰ ਕਰ ਸਕੀਏ। ਸਤਿਗੁਰੂ ਜੀ ਦੀ ਬਖਸ਼ਿਸ਼ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਜਿਵੇਂ ਸਤਿਗੁਰੂ ਜੀ ਦੇ ਬਚਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅਸੀਂ ਰੋਜ਼ ਅਰਦਾਸ ਵਿੱਚ ਪੜ੍ਹਦੇ ਹਾਂ। ਤੇਗ ਬਹਾਦਰ ਸਿਮਰਿਐ ਕਰ ਨਾਉ ਨਿਧ ਆਵੇ ਤਾਏ। ਸਭ ਥਾਈ ਹੋਏ ਸਹਾਏ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਜਿੱਥੇ ਵੀ ਸਤਿਗੁਰ ਮਹਾਰਾਜ ਜੀ ਨੂੰ ਕਿਸੇ ਨੇ ਭਾਵਨਾ ਸਹਿਤ ਯਾਦ ਕੀਤਾ, ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਉੱਥੇ ਗਏ ਅਤੇ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਉਹਨਾਂ ਦੀਆਂ ਭਾਵਨਾਵਾਂ ਪੂਰਨ ਹੋਈਆਂ। ਗੁਰੂਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਗਤ ਜਲੰਦੇ ਨੂੰ ਠਾਰਨ ਦੇ ਵਾਸਤੇ ਸਤਿਗੁਰੂ ਮਹਾਰਾਜ ਜੀ ਨੇ ਪੂਰਬ ਦੀ ਯਾਤਰਾ ਪ੍ਰਾਰੰਭ ਕੀਤੀ, ਜਿਹਦੇ ਵਿੱਚ ਬਹੁਤ ਸਾਰੇ ਦੀਨ ਦੁਖੀ ਜਿਹੜੇ ਸਨ, ਕੋਈ ਮਨ ਕਰਕੇ ਰੋਗੀ ਹੈ ਅਤੇ ਕੋਈ ਤਨ ਕਰਕੇ ਰੋਗੀ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਆਪ ਜਾਂਦੇ ਨੇ ਅਤੇ ਮਹਾਰਾਜ ਜੀ ਨੇ ਜਾ ਕਰਕੇ ਉਹਨਾਂ ਦੇ ਜੀਵਨ ਦਾ ਉਧਾਰ ਕੀਤਾ। ਤਨ ਦੇ ਰੋਗੀਆਂ ਨੂੰ ਵੀ ਆਰਾਮ ਮਿਲਿਆ ਅਤੇ ਜਿਨ੍ਹਾਂ ਦਾ ਮਨ ਰੋਗੀ ਹੋ ਚੁੱਕਿਆ ਸੀ ਉਹਨਾਂ ਨੂੰ ਵੀ ਸਤਿਗੁਰੂ ਮਹਾਰਾਜ ਜੀ ਨੇ ਸ਼ਫਾ ਬਖਸ਼ੀ। ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਹੀ ਭਾਵੇਂ ਅੱਜ ਅਸੀਂ ਕਿਸੇ ਦੇ ਔਗਣ ਦੇਖ ਲਈਏ ਅਤੇ ਉਹਨੂੰ ਅਸੀਂ ਪਿਛਾਂਹ ਕਰ ਦਈਏ,
ਜਾਂ ਕਈ ਵਾਰੀ ਇਵੇਂ ਸੰਸਾਰ ਦੇ ਵਿੱਚ ਹੁੰਦਾ ਹੈ ਕਿ ਲੋਕ ਕੀ ਕਰਦੇ ਨੇ ਕਿ ਜੇ ਕਿਸੇ ਨੇ ਗੁਨਾਹ ਕੀਤਾ ਤੇ ਜਿੰਨੀ ਦੇਰ ਤੱਕ ਜਿਉਂਦਾ ਉਨੀ ਦੇਰ ਤੱਕ ਤੇ ਗੁਨਾਹਾਂ ਦੀ ਮੋਹਰ ਉਹਦੇ ਮੱਥੇ ਤੇ ਲੱਗੀ ਰਹੇਗੀ। ਮਰਨ ਤੋਂ ਬਾਅਦ ਵਿੱਚ ਵੀ ਅਸੀਂ ਦੁਨੀਆ ਦੇ ਲੋਕ ਜਿਹੜੇ ਨੇ ਕੀ ਕਰਦੇ ਨੇ ਕਿ ਉਹਨਾਂ ਦਾ ਖਹਿੜਾ ਨਹੀਂ ਛੱਡਦੇ ਤੇ ਖਾਨਦਾਨ ਤੱਕ ਇਹ ਗੱਲ ਆਖਦੇ ਆ ਕਿ ਇਹਨਾਂ ਦੇ ਫਲਾਣੇ ਦਾਦੇ ਬਾਬੇ ਨੇ ਆਹ ਗੁਨਾਹ ਕਰਕੇ ਗਿਆ ਸੀ। ਹਾਲਾਂਕਿ ਗੁਰ ਇਤਿਹਾਸ ਦੇ ਵਿੱਚ ਅਸੀਂ ਬਚਨ ਪੜ੍ਹਦੇ ਹਾਂ ਕਿ ਸਤਿਗੁਰੂ ਗੁਰੂ ਨਾਨਕ ਤੇ ਜੇਕਰ ਮਹਾਰਾਜ ਨੇ ਤੁਲੰਬੇ ਦੀ ਧਰਤੀ ਤੇ ਗਏ ਤੇ ਸੱਜਣ ਜਿਹੜਾ ਠੱਗੀਆਂ ਕਰਦਾ ਸੀ, ਭੇਖ ਜਿਹੜਾ ਉਹਨੇ ਫਕੀਰਾਂ ਵਾਲਾ ਉਹਨੇ ਜਿਹੜਾ ਸੀ ਧਾਰਮਿਕ ਲਿਬਾਸ ਪਾ ਕੇ ਰੱਖਿਆ ਸੀ, ਪਰ ਜੀਵਨ ਜਿਹੜਾ ਸੀ ਉਹ ਠੱਗੀਆਂ ਦੇ ਵਿੱਚ ਗਲਤਾਨ ਸੀ। ਸਤਿਗੁਰੂ ਮਹਾਰਾਜ ਪਾਤਸ਼ਾਹ ਨੇ ਉਹਦੇ ਔਗਣ ਨੂੰ ਭੰਡਣ ਦੀ ਥਾਂ ਤੇ ਸਤਿਗੁਰੂ ਮਹਾਰਾਜ ਨੇ ਔਗਣ ਨੂੰ ਖਤਮ ਕਰਨ ਦਾ ਯਤਨ ਕੀਤਾ। ਮਹਾਰਾਜ ਜੀ ਦੇ ਸੂਹੀ ਰਾਗ ਦੇ ਵਿੱਚ ਉੱਥੇ ਬਚਨ ਉਚਾਰਨ ਕੀਤੇ ਕਿ ਸਤਿਗੁਰੂ ਮਹਾਰਾਜ ਜੀ ਦੇ ਬਚਨ ਸਨ, ਉਜਲ ਕਹਿਹਾਂ ਚਿਲਕਣਾ ਕੋਟਮ ਕਾਲੜੀ ਮਸ ਧੋਤਿਆਂ ਜੂਠ ਨਾ ਉਤਰੇ, ਜੇ ਸੋ ਧੋਵਾਂ ਤਿਸ ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦਿਸਨ। ਜੇਕਰ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੁਰੰਗੇ ਨੂਰੀ ਦੇ ਕੁਲ ਦੀਪਾਲਪੁਰ ਜਾਂਦੇ ਨੇ, ਘਰ ਵਾਲੇ ਜਿਹੜੇ ਸੀ ਉਹਨਾਂ ਨੇ ਕੋੜ ਕਰਕੇ ਨੁਰੰਗੇ ਨੂੰ ਪਿੰਡ ਤੋਂ ਬਾਹਰ ਛੱਪੜੀ ਪਾ ਕੇ ਦੇ ਦਿੱਤੀ। ਗੁਰੂ ਨਾਨਕ ਦੇਵ ਮਹਾਰਾਜ ਗਏ, ਉਹਨੇ ਰੋ ਕਰਕੇ ਆਪਣੇ ਮਨ ਦੀ ਹਾਲਤ ਨੂੰ ਬਿਆਨ ਕਰਕੇ ਆਖਿਆ ਸੀ, ਸਤਿਗੁਰੂ ਮਹਾਰਾਜ ਮੇਰੇ ਆਪਣੇ ਮੈਨੂੰ ਛੱਡ ਗਏ, ਮੇਰਾ ਸੰਸਾਰ ਦੇ ਵਿੱਚ ਕੋਈ ਨਹੀਂ। ਤੇ ਗੁਰੂ ਨਾਨਕ ਦੇਵ ਮਹਾਰਾਜ ਨੇ ਕਿਹਾ ਸੀ, ਜਿੰਦਾ ਸੰਸਾਰ ਦੇ ਵਿੱਚ ਕੋਈ ਨਹੀਂ, ਗੁਰੂ ਨਾਨਕ ਦੇਵ ਮਹਾਰਾਜ ਉਹਦਾ ਆਪਣਾ ਹੈ। ਗੁਰੂ ਨਾਨਕ ਉਹਨਾਂ ਨੂੰ ਆਪਣਾ ਬਣਾ ਲੈਂਦਾ ਜਿਹਨੂੰ ਸੰਸਾਰ ਨਹੀਂ ਆਪਣਾ ਬਣਾਉਂਦਾ। ਸਤਿਗੁਰੂ ਮਹਾਰਾਜ ਜੀ ਦੇ ਅਸੀਂ ਬਚਨ ਵੀ ਪੜ੍ਹਦੇ ਹਾਂ ਕਿ ਨੀਚਾਂ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ, ਨਾਨਕ ਤਿਨਕੇ ਸੰਗ ਸਾਥ ਵੱਡਿਆਂ ਸਿਉ ਕਿਆ ਰੀਸ। ਸਤਿਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਉਹ ਗਏ ਜਿੱਥੇ ਕੋੜੀਆਂ ਦਾ ਪੂਰਾ ਨਗਰ ਹੀ ਕੋੜੀਆਂ ਦਾ ਸੀ। ਸਤਿਗੁਰੂ ਮਹਾਰਾਜ ਜੀ ਨੇ ਉੱਥੇ ਵੀ ਕਿਰਪਾ ਕੀਤੀ। ਸਤਿਗੁਰੂ ਮਹਾਰਾਜ ਇਹ ਉਦਾਸੀਆਂ ਕਰਦਿਆਂ ਹੋਇਆਂ, ਇਹ ਪੂਰਬ ਦੀ ਯਾਤਰਾ ਕਰਦਿਆਂ ਹੋਇਆਂ ਮਹਾਰਾਜ ਸੱਚੇ ਪਾਤਸ਼ਾਹ ਨਗਰ ਜਾਂਦੇ ਨੇ ਜਿੰਦਾ ਨਾਂ ਹੈ ਹੰਡਾਇਆ। ਹੰਡਾਇਆ ਨਗਰ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਦੇ ਬਲਦ ਜਿਹੜੇ ਸਨ ਉਹ ਕਿਸੇ ਨੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਗੁਰੂ ਕੀ ਅਜ਼ਮਤ ਹੈ। ਸਤਿਗੁਰੂ ਮਹਾਰਾਜ ਜੀ ਦੇ ਬਲਦ ਚੋਰੀ ਕਰਨ ਵਾਸਤੇ ਜਦੋਂ ਉਹ ਚੋਰ ਉਹ ਧਾੜਵੀ ਆਉਂਦੇ ਤੇ ਉਹਨਾਂ ਨੂੰ ਰਾਹ ਨਾ ਦਿਸਣਾ ਤੇ ਫਿਰ ਵਾਪਸ ਪਰਤ ਜਾਣਾ। ਬਾਰ-ਬਾਰ ਉਹਨਾਂ ਨੇ ਕੋਸ਼ਿਸ਼ ਕੀਤੀ, ਬਾਰ-ਬਾਰ ਕੀਤੀਆਂ ਕੋਸ਼ਿਸ਼ਾਂ ਜਿਹੜੀਆਂ ਸੀ ਉਹ ਨਾਕਾਮ ਹੋਈਆਂ। ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਏ ਤੇ ਮਹਾਰਾਜ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਬਖਸ਼ ਦਿਓ, ਅਸੀਂ ਤੁਹਾਡੇ ਸਾਧਨਾਂ ਨੂੰ ਤੁਹਾਡੇ ਬਲਦਾਂ ਨੂੰ ਚੋਰੀ ਕਰਨ ਲੱਗੇ ਸਾਂ। ਸਤਿਗੁਰੂ ਮਹਾਰਾਜ ਜੀ ਨੇ ਇਹ ਨਹੀਂ ਦੇਖਿਆ ਕਿ ਉਹਨਾਂ ਦਾ ਸਰੀਰ ਔਗਣਾਂ ਦੇ ਨਾਲ ਭਰਿਆ, ਉਹਨਾਂ ਦਾ ਜੀਵਨ ਚੋਰਾਂ ਵਾਲਾ। ਸਤਿਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕਰਦਿਆਂ ਗੁਨਾਹਾਂ ਨੂੰ ਬਖਸ਼ਦਿਆਂ ਮਹਾਰਾਜ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਉੱਥੇ ਸਤਿਗੁਰੂ ਮਹਾਰਾਜ ਨੇ ਤੀਰ ਤੇ ਕਮਾਨ ਹੱਥ ਵਿੱਚ ਲੈ ਕੇ ਉਹ ਤੀਰ ਚਲਾਇਆ ਤੇ ਮਹਾਰਾਜ ਨੇ ਕਿਹਾ ਸੀ ਕਿ ਜਿੰਨੀ ਦੂਰ ਤੱਕ ਤੀਰ ਜਾਏਗਾ ਤੇ ਸਾਡੇ ਤੋਂ ਲੈ ਕੇ ਤੇ ਉਸ ਤੀਰ ਦੀ ਦੂਰੀ ਤੱਕ ਇਸ ਧਰਤੀ ਦਾ ਜਲ ਜਿਹੜਾ ਹੈ ਕਿਤੇੋਂ ਵੀ ਖੋਦ ਕੇ ਖੂਹ ਲਾਇਓ, ਇਸ ਧਰਤੀ ਦਾ ਜਲ ਜਿਹੜਾ ਹੈ ਉਹ ਮਿੱਠਾ ਤੇ ਸ਼ੀਤਲ ਹੋਵੇਗਾ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਬੜੀ ਕਿਰਪਾ ਕੀਤੀ ਕਿ ਮਹਾਰਾਜ ਜੀ ਨੇ ਉੱਥੇ ਹਰ ਜਗ੍ਹਾ 'ਤੇ ਇਹ ਉਪਦੇਸ਼ ਕਰਨਾ, ਕਿਉਂਕਿ ਜਲ ਜਿਹੜਾ ਹੈ ਉਹ ਜੀਵਨ ਹੈ। ਔਰ ਸਤਿਗੁਰੂ ਮਹਾਰਾਜ ਜੀ ਨੇ ਹੁਕਮ ਕਰਨਾ ਕਿ ਖੂਹ ਲਗਾਓ। ਸਤਿਗੁਰੂ ਮਹਾਰਾਜ ਜੀ ਨੇ ਹੁਕਮ ਕਰਨਾ ਕਿ ਦਰਖਤ ਵੱਧ ਤੋਂ ਵੱਧ ਲਗਾਏ ਜਾਣ। ਅੱਜ ਅਸੀਂ ਦੇਖੋ ਦੁਨੀਆ ਦੇ ਵਿੱਚ ਕਿ ਹਰ ਜਗ੍ਹਾ 'ਤੇ ਪ੍ਰਦੂਸ਼ਣ ਦੇ ਕਰਕੇ ਆਮ ਜਿਹੜੇ ਲੋਕ ਨੇ ਉਹਨਾਂ ਦਾ ਸਾਹ ਲੈਣਾ ਵੀ ਔਖਾ ਹੈ। ਪਰ ਪੁਰਾਣੇ ਸਮਿਆਂ ਦੇ ਵਿੱਚ ਦਰਖਤ ਪੌਦੇ ਪੇੜ ਇਤਿਆਦਿਕ ਬਹੁਤ ਹੋਣ ਕਰਕੇ ਬਨਸਪਤੀ ਬਹੁਤ ਹੋਣੀ ਤੇ ਲੋਕਾਂ ਦਾ ਜੀਵਨ ਜਿਹੜਾ ਸੀ ਭਾਵੇਂ ਧਨ ਸੰਪਦਾ ਅੱਜ ਵਰਗੀ ਨਹੀਂ ਸੀ, ਪਰ ਬਿਮਾਰੀਆਂ ਵੀ ਅੱਜ ਵਾਂਗੂ ਉਹਨਾਂ ਦੇ ਕੋਲ ਨਹੀਂ ਸੀ। ਅੱਜ ਜੇਕਰ ਅਸੀਂ ਉਨਤੀ ਵੀ ਕੀਤੀ ਤੇ ਦੂਸਰੇ ਪਾਸੇ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਸੀ ਉਹ ਵੀ ਅਸੀਂ ਆਲੇ ਦੁਆਲੇ ਦੇ ਵਾਤਾਵਰਨ ਦੇ ਵਿੱਚ ਸੁਹੇੜ ਕੇ ਰੱਖ ਦਿੱਤੀਆਂ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉੱਥੇ ਕਿਰਪਾ ਕੀਤੀ। ਇੱਕ ਹੋਰ ਸਤਿਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਹੁੰਦੀ ਹੈ,
ਉਸ ਨਗਰ ਦੇ ਵਿੱਚ ਨਾ ਤਪਾਲੀ ਦਾ ਰੋਗ ਜਿਹੜਾ ਸੀ ਬਹੁਤ ਸਾਰੇ ਲੋਕਾਂ ਨੂੰ ਹੋਣਾ। ਤਪਾਲੀ ਦਾ ਰੋਗ ਕਿਹੜਾ ਸੀ ਕਿ ਜਿਹੜਾ ਰੋਗ ਦੇ ਨਾਲ ਇਸ ਦੇ ਨਾਲ ਗ੍ਰਸਤ ਹੋ ਜਾਣਾ, ਉਹਦੇ ਗਲੇ ਦੇ ਅੰਦਰ ਇੱਕ ਫੋੜਾ ਹੋਣਾ ਤੇ ਜਿਉਂ-ਜਿਉਂ ਉਹ ਫੋੜਾ ਵਧਣਾ ਤਿਉਂ-ਤਿਉਂ ਉਹਦਾ ਸਾਹ ਘੁੱਟਣਾ ਸ਼ੁਰੂ ਹੋ ਜਾਣਾ, ਸਰੀਰ ਕੰਬਣਾ ਤੇ ਸਰੀਰ ਕੰਬਣ ਤੋਂ ਬਾਅਦ ਵਿੱਚ ਸੀ ਤਪਾਲੀ ਦੇ ਰੋਗ ਦੇ ਨਾਲ ਉਹਨਾਂ ਦੀ ਮੌਤ ਹੋ ਜਾਣੀ। ਹੁਣ ਜਾਤ ਕਰਕੇ ਉਹਨਾਂ ਹੰਕਾਰ ਕਰਨਾ ਕਿ ਅਸੀਂ ਵੱਡੇ, ਅਸੀਂ ਉੱਚੇ। ਤੇ ਸਤਿਗੁਰੂ ਮਹਾਰਾਜ ਕਹਿੰਦੇ ਇਹ ਰੋਗ ਹੀ ਤਾਂ ਲੱਗਿਆ ਕਿਉਂਕਿ ਹੰਕਾਰ ਤੁਹਾਡੇ ਜੀਵਨ ਦੇ ਵਿੱਚ ਹੈ। ਜੇਕਰ ਤੁਸੀਂ ਹੰਕਾਰ ਨਾ ਕਰਦੇ ਹੁੰਦੇ ਤੇ ਹੋ ਸਕਦਾ ਸੀ ਤੁਹਾਡਾ ਜੀਵਨ ਦੇ ਵਿੱਚ ਰੋਗ ਨਾ ਹੁੰਦਾ। ਤੁਸੀਂ ਨੀਵਿਆਂ ਨੂੰ ਦੇਖ ਕੇ ਦੁਰਕਾਰਦੇ ਹੋ ਤੇ ਬਾਣੀ ਸਤਿਗੁਰੂ ਮਹਾਰਾਜ ਜੀ ਦੀ ਆਖਦੀ ਹੈ, ਨੀਚੋਂ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੇ। ਸਤਿਗੁਰੂ ਮਹਾਰਾਜ ਪਾਤਸ਼ਾਹ ਨੀਵਿਆਂ ਨੂੰ ਤੇ ਬਖਸ਼ਿਸ਼ਾਂ ਕਰਦੇ ਨੇ। ਮਹਾਰਾਜ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਫਿਰ ਚਮਿਆਰਾਂ ਦੀ ਇੱਕ ਛੱਪੜੀ ਸੀ ਉਸ ਜਗ੍ਹਾ ਦੇ ਉੱਪਰ ਜਿੱਥੋਂ ਚਮਿਆਰ ਪਾਣੀ ਤੇ ਆਦਿਕ ਵਰਤਦੇ ਸੀ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਕਿਹਾ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਇਹ ਤਪਾਲੀ ਦਾ ਰੋਗ ਜਿਹੜਾ ਤੁਹਾਡਾ ਖਤਮ ਹੋ ਜਾਏ ਤੇ ਮਹਾਰਾਜ ਕਹਿੰਦੇ ਨੇ ਇਸ ਛੱਪੜੀ ਦੇ ਵਿੱਚ ਇਸ਼ਨਾਨ ਕਰੋ। ਪਹਿਲੋਂ ਤੇ ਲੋਕਾਂ ਨੇ ਜਿਹੜਾ ਸੀ ਉਹ ਥੋੜਾ ਨੱਕ ਮੂੰਹ ਵੱਟਿਆ, ਮਹਿਸੂਸ ਕੀਤਾ ਕਿ ਤੇ ਚਮਿਆਰਾਂ ਦੀ ਛੱਪੜੀ, ਇਹ ਉੱਥੋਂ ਵਰਤਨ ਕਰਦੇ ਆ, ਇਹ ਉੱਥੋਂ ਚਮੜੇ ਵਾਸਤੇ ਪਾਣੀ ਉੱਥੋਂ ਭਰਦੇ ਨੇ, ਅਸੀਂ ਇਸ਼ਨਾਨ ਕਿਵੇਂ ਕਰਾਂਗੇ। ਫਿਰ ਸਤਿਗੁਰੂ ਮਹਾਰਾਜ ਪਾਤਸ਼ਾਹ ਨੇ ਕਿਹਾ ਕਿ ਹੁਕਮ ਮੰਨੋਗੇ ਤਾਂ ਧਨਤਾ ਦੇ ਯੋਗ ਹੋ ਜਾਓਗੇ, ਰੋਗ ਤੋਂ ਖਲਾਸੀ ਹੋ ਜਾਏਗੀ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਹੁਕਮ ਨੂੰ ਮੰਨ ਕਰਕੇ ਫਿਰ ਇੱਥੋਂ ਦੇ ਜਿਹੜੇ ਲੋਕ ਸਨ ਹੰਡਿਆਇਆ ਨਗਰ ਦੇ, ਉਸ ਛੱਪੜੀ ਦੇ ਵਿੱਚ ਇਸ਼ਨਾਨ ਕਰਨਾ ਕੀਤਾ, ਰੋਗ ਮੁਕਤ ਹੋਏ। ਅੱਜ ਉਸ ਅਸਥਾਨ ਦੇ ਉੱਤੇ ਜਿੱਥੇ ਸਤਿਗੁਰੂ ਮਹਾਰਾਜ ਜੀ ਨੇ ਇਸ ਤਪਾਲੀ ਦੇ ਰੋਗ ਤੋਂ ਬਚਣ ਵਾਸਤੇ ਇਸ਼ਨਾਨ ਉਸ ਨਗਰ ਦੇ ਲੋਕਾਂ ਨੂੰ ਕਰਵਾਇਆ, ਉੱਥੇ ਗੁਰਦੁਆਰਾ ਗੁਰੂਸਰ ਸਾਹਿਬ ਉੱਥੇ ਸੁਭਾਏਮਾਨ ਹੈ। ਇਸ ਤੋਂ ਅੱਗੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨਗਰ ਜਾਂਦੇ ਨੇ ਭੂੰਦੜ। ਇਸ ਭੂੰਦੜ ਨਗਰ ਦੇ ਬਾਹਰ ਵਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੜਾਅ ਕਰਨਾ ਕੀਤਾ। ਇੱਥੋਂ ਦਾ ਚੌਧਰੀ ਹੈ ਤੇ ਉਸ ਚੌਧਰੀ ਨੇ ਜਿਹੜਾ ਸੀ ਮਜ਼ਾਕ ਦੇ ਨਾਲ ਇਹ ਸਤਿਗੁਰੂ ਮਹਾਰਾਜ ਜੀ ਨੂੰ ਬਚਨ ਕਹਿ ਦਿੱਤੇ, ਕਹਿੰਦੇ ਕਿ ਤੁਹਾਡੇ ਵਰਗੇ ਜਿਹੜੇ ਮਹਾਂਪੁਰਸ਼ ਆਉਂਦੇ ਨੇ, ਮਜ਼ਾਕ ਕਰਨਾ ਕੀਤਾ ਕਿ ਤੁਹਾਡੇ ਵਰਗੇ ਮਹਾਂਪੁਰਖਾਂ ਦੇ ਨਾ ਸੇਵਾ ਸੰਭਾਲ ਇੱਥੋਂ ਨਗਰ ਦੇ ਪਾਸੇ ਘੁਮਿਆਰਾਂ ਦੀ ਬਸਤੀ ਹੈ ਤੇ ਉਸ ਬਸਤੀ ਵਾਲੇ ਨਾ ਬੜੀ ਸੇਵਾ ਕਰਦੇ ਆ। ਤੇ ਸਤਿਗੁਰੂ ਮਹਾਰਾਜ ਜੀ ਨੂੰ ਮਜ਼ਾਕ ਦੇ ਨਾਲ ਭੇਜਿਆ, ਪਰ ਮਹਾਰਾਜ ਜੀ ਜਿਵੇਂ ਗਰੀਬ ਨਵਾਜੇ ਨਾ, ਜਿਵੇਂ ਹਰ ਕੀਰਤਨ ਦੀ ਆਰੰਭਤਾ ਤੋਂ ਪਹਿਲਾਂ ਆਖਦਾ ਹੈ ਕਿ ਗੁਰੂ ਗਰੀਬ ਨਿਵਾਜ, ਤੂੰ ਗਰੀਬਾਂ ਨੂੰ ਨਿਵਾਜਦਾ ਹੈ, ਉਸੇ ਤਰ੍ਹਾਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਗਰੀਬ ਨਿਵਾਜ ਸਤਿਗੁਰੂ ਨੇ ਕਿਰਪਾ ਕੀਤੀ। ਉਹ ਘੁਮਿਆਰਾਂ ਦੀ ਜਿਸ ਪਾਸੇ ਬਸਤੀ ਸੀ ਉਧਰ ਸਤਿਗੁਰੂ ਮਹਾਰਾਜ ਗਏ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਉਹਨਾਂ ਗਰੀਬਾਂ ਨਿਮਾਣਿਆਂ ਤੇ ਨਿਤਾਣਿਆਂ ਨੇ ਆਪਣੇ ਵਿੱਚ ਦੇਖ ਕਰਕੇ ਤੇ ਉਹਨਾਂ ਦੀ ਖੁਸ਼ੀ ਦਾ ਟਿਕਾਣਾ ਕੋਈ ਨਹੀਂ ਸੀ, ਕਿਉਂਕਿ ਪੁਰਾਣੇ ਸਮਿਆਂ ਤੋਂ ਇਹ ਰਿਵਾਜ ਚੱਲਿਆ ਆਉਂਦਾ ਸੀ ਕਿ ਧਾਰਮਿਕ ਜਿਹੜੇ ਲੋਕ ਸੀ ਉਹ ਵੀ ਉਹਨਾਂ ਦੇ ਕੋਲ ਜਾਂਦੇ ਸੀ ਜਿਨ੍ਹਾਂ ਕੋਲ ਬਹੁਤਾ ਧਨ ਹੋਣਾ, ਜਿਹੜੇ ਸੰਪੰਨ ਘਰਾਣੇ ਹੋਣੇ, ਉਹਨਾਂ ਦੇ ਕੋਲ ਜਾ ਕੇ ਉਹਨਾਂ ਨੇ ਟਿਕਣਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਗਰੀਬ ਨਵਾਜ ਬਣ ਕੇ ਉਹਨਾਂ ਦੇ ਵਿੱਚ ਜਾ ਕੇ ਬੈਠੇ, ਉਹਨਾਂ ਦੀ ਖੁਸ਼ੀ ਦਾ ਟਿਕਾਣਾ ਕੋਈ ਨਹੀਂ। ਉਹਨਾਂ ਨੇ ਸਤਿਗੁਰੂ ਮਹਾਰਾਜ ਜੀ ਦੀ ਅਥਾਹ ਸ਼ਰਧਾ ਕੀਤੀ, ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਨੂੰ ਧੋ ਕੇ ਪੀਣਾ ਕਰਨਾ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਅਜ਼ਮਤ ਨੂੰ ਦੇਖਿਆ। ਇਸ ਅਜ਼ਮਤ ਨੂੰ ਚੌਧਰੀ ਜਿਹੜਾ ਸੀ ਭੂੰਦੜ ਦਾ, ਉਹਨੇ ਵੀ ਦੇਖ ਕਰਕੇ ਤੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ ਡਿੱਗਿਆ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਆਇਆ। ਸਿੱਖਾਂ ਨੇ ਸਮਝਾਉਣਾ ਕੀਤਾ ਕਿ ਦੇਖੋ, ਗੁਰੂ ਤੇਗ ਬਹਾਦਰ ਮਹਾਰਾਜ ਜੀ ਨਾ ਤੇ ਉਹਨਾਂ ਨੂੰ ਸੰਸਾਰੀ ਧਨ ਦੀ ਕੋਈ ਲੋੜ ਹੈ, ਨਾ ਉਹ ਸਤਿਗੁਰੂ ਮਹਾਰਾਜ ਪਾਤਸ਼ਾਹ ਕਿਸੇ ਕਿਸਮ ਦਾ ਉਹਨਾਂ ਦੇ ਅੰਦਰ ਲੋਭ ਜਾਂ ਲਾਲਚ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ ਜੇਕਰ ਕੋਈ ਭੇਟਾ ਵੀ ਕਰ ਜਾਂਦਾ ਹੈ ਨਾ, ਤੇ ਮਹਾਰਾਜ ਉਹ ਭੇਟਾ ਸੰਗਤ ਦੇ ਭਲੇ ਵਾਸਤੇ ਵਰਤ ਦਿੰਦੇ ਨੇ, ਆਪਣੇ ਕੋਲ ਕੁਝ ਨਹੀਂ ਰੱਖਦੇ। ਇਹਨੇ ਮਲੂਕੇ ਨੇ ਨਗਰ ਦੇ ਵਿੱਚੋਂ ਧਨ ਇਕੱਠਾ ਕੀਤਾ, ਕੁਝ ਖਾਣ ਪੀਣ ਦੇ ਪਦਾਰਥ ਵੀ ਲੈ ਕੇ ਗਿਆ, ਪਰ ਰਸਤੇ 'ਚ ਆਪਣੇ ਸਾਥੀਆਂ ਨੂੰ ਕਹਿਣ ਲੱਗਾ ਕਿ ਦੇਖੋ, ਗੁਰੂ ਤਾਂ ਤਿਆਗ ਵਿਰਾਗ ਦੀ ਮੂਰਤ ਹੈ, ਉਹਨਾਂ ਨੂੰ ਇਹ ਸੰਸਾਰੀ ਧਨ ਪਦਾਰਥਾਂ ਦੀ ਕੋਈ ਲੋੜ ਨਹੀਂ। ਆਪਾਂ ਇਸ ਤਰ੍ਹਾਂ ਕਰਦੇ ਹਾਂ ਕਿ ਸਾਨੂੰ ਸਵੇਰ ਦੇ ਅਸੀਂ ਚੱਲੇ ਹਾਂ, ਭੁੱਖ ਵੀ ਲੱਗੀ ਏ, ਜੋ ਕੁਛ ਲਿਆਂਦਾ ਇਸ ਤੇ ਸੰਗਤ ਨੂੰ ਵਰਤਾਉਣ ਦੀ ਖਾਤਰ ਅਸੀਂ ਆਪਣੇ ਕਿਉਂ ਨਾ ਪੇਟ ਭਰ ਲਈਏ।
ਇਹਨਾਂ ਨੇ ਉਹ ਭੋਜਨ ਪਦਾਰਥ ਆਪ ਛਕਿਆ। ਫਿਰ ਜਿਹੜਾ ਧਨ ਨਾਲ ਲੈ ਕੇ ਆਏ ਸੀ ਸਤਿਗੁਰੂ ਮਹਾਰਾਜ ਜੀ ਨੂੰ ਭੇਟਾ ਕਰਨ ਵਾਸਤੇ, ਉਹ ਧਨ ਜਿਹੜਾ ਸੀ ਇੱਕ ਥਾਂ ਤੇ ਧਰਤੀ ਦੇ ਵਿੱਚ ਦੱਬ ਦਿੱਤਾ। ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਪਹੁੰਚੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦੇ ਚਰਨਾਂ 'ਚ ਜਾ ਕੇ ਨਮਸਕਾਰ ਕੀਤੀ। ਮਹਾਰਾਜ ਨੇ ਉਪਦੇਸ਼ ਦੇਣਾ ਕੀਤਾ ਕਿ ਦੇਖੋ ਕਿ ਜੇਕਰ ਜੀਵਨ ਦੇ ਵਿੱਚ ਭਲਾ ਚਾਹੁੰਦੇ ਹੋ ਤੇ ਆਪਣਾ ਜਿਹੜਾ ਧਨ ਹੈ ਉਹ ਵੀ ਦੂਸਰੇ ਨਾਲ ਵੰਡ ਕੇ ਛਕੋ। ਕੋਸ਼ਿਸ਼ ਕਰੋ ਕਿ ਹਰ ਗਰੀਬ ਦੀ ਲੋੜਵੰਦ ਦੀ ਮਦਦ ਕਰ ਸਕੋ। ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਜੇਕਰ ਅਸੀਂ ਧਨ ਧਰਤੀ 'ਚ ਵੀ ਦੱਬ ਕੇ ਰੱਖੀਏ ਤੇ ਉਹ ਧਨ ਜਿਹੜਾ ਹੈ ਕਿਸੇ ਕੰਮ ਨਹੀਂ। ਹੋ ਸਕਦਾ ਹੈ ਕਿ ਧਨ ਦੱਬਿਆ ਰਹਿ ਜਾਏ, ਨਾ ਸਾਨੂੰ ਪਤਾ ਹੋਵੇ, ਸਾਡੇ ਜਾਣ ਤੋਂ ਬਾਅਦ ਸਾਡੇ ਪਰਿਵਾਰ ਨੂੰ ਪਤਾ ਨਾ ਹੋਵੇ, ਤੇ ਉਹ ਧਨ ਫਿਰ ਕਿਸ ਕੰਮ ਦਾ। ਸਤਿਗੁਰੂ ਮਹਾਰਾਜ ਜੀ ਦੇ ਬਚਨਾਂ ਨੇ ਇਹਦੇ ਮਨ ਦੇ ਉੱਤੇ ਚੋਟ ਕੀਤੀ। ਸਤਿਗੁਰੂ ਮਹਾਰਾਜ ਜੀ ਤੋਂ ਮੁਆਫੀ ਮੰਗਦਾ ਹੈ, ਖਿਮਾ ਮੰਗੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇੱਥੋਂ ਫਿਰ ਅੱਗੇ ਜਾਂਦੇ ਨੇ। ਪਿੰਡ ਰਲੇ ਨਾਮ ਦੇ ਪਿੰਡ ਦੇ ਵਿੱਚ ਮਹਾਰਾਜ ਗਏ। ਇੱਥੇ ਇੱਕ ਸੁਲਤਾਨੀਆ ਹੈ, ਕਿਉਂਕਿ ਇਸ ਮਾਲੇ ਦੀ ਧਰਤੀ ਦੇ ਵਿੱਚ ਨਾ ਸੁਲਤਾਨੀਏ ਜਿਹੜੇ ਸਨ, ਸਖੀ ਸਰਵਰ ਜਿਹੜੇ ਸਨ ਨਾ, ਇਹਨਾਂ ਨੇ ਬਹੁਤ ਸਾਰੇ ਹਿੱਸੇ ਦੇ ਉੱਪਰ ਆਪਣੇ ਕੇਂਦਰ ਤੇ ਆਪਣੇ ਇਲਾਕੇ ਕਾਇਮ ਕੀਤੇ ਹੋਏ ਸੀ। ਲੋਕਾਂ ਨੂੰ ਬਹੁਤ ਇਸ ਭਰਮ ਤੇ ਵਹਿਮ ਦੇ ਵਿੱਚ ਜਿਹੜਾ ਸੀ ਫਸਾ ਕੇ ਰੱਖਿਆ ਸੀ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਰਲੇ ਪਿੰਡ ਜਾਂਦੇ ਨੇ ਤੇ ਇਸ ਸੁਲਤਾਨੀਆ ਜਿਹੜਾ ਇੱਥੋਂ ਦਾ ਚੌਧਰੀ ਹੈ ਉਹਦਾ ਭਤੀਜਾ ਹੈ ਤੇ ਉਹਦਾ ਨਾਮ ਇਤਿਹਾਸ ਨੇ ਲਿਖਿਆ ਜੋਗਾ। ਉਹ ਉਦਾਸੀ ਦੇ ਹਿਸਾਬ ਦੇ ਵਾਲਾ ਉਹਦਾ ਜੀਵਨ ਸੀ ਕਿ ਜਿਵੇਂ ਉਦਾਸੀਆਂ ਦਾ ਜੀਵਨ ਹੋਵੇ, ਬੇਪਰਵਾਹ ਜਿਹਾ ਰਹਿਣਾ, ਵੈਰਾਗੀ ਜਿਹਾ ਰਹਿਣਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਗਏ, ਜੋਗਾ ਅੱਗੋਂ ਦੀ ਲੰਘਿਆ ਸਤਿਗੁਰੂ ਮਹਾਰਾਜ ਜੀ ਦਿਓ, ਤੇ ਸਤਿਗੁਰੂ ਮਹਾਰਾਜ ਜੀ ਨੇ ਬਚਨ ਕਹੇ ਸੀ, ਜੋਗਿਆ ਆਪਣੇ ਜੋਗਾ। ਸਤਿਗੁਰੂ ਮਹਾਰਾਜ ਜੀ ਦੇ ਬਚਨ ਸੁਣ ਕੇ ਜੋਗਾ ਜਿਹੜਾ ਸੀ ਉਹ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਪਿਆ। ਸਤਿਗੁਰੂ ਮਹਾਰਾਜ ਜੀ ਨੇ ਸੀਸ ਦੇ ਉੱਤੇ ਹੱਥ ਰੱਖਿਆ ਤੇ ਕਿਰਪਾ ਕੀਤੀ। ਮਹਾਰਾਜ ਜੀ ਨੇ ਜੀ ਦਾਨ ਦਿੱਤਾ। ਸਤਿਗੁਰੂ ਮਹਾਰਾਜ ਨੇ ਕਿਹਾ ਕਿ ਇਹ ਥਾਂ ਜਿਸ ਤੇ ਅਸੀਂ ਅੱਜ ਆ ਕੇ ਬਿਰਾਜੇ ਹਾਂ, ਇਹ ਅਜਿੱਤ ਥਾਂ ਹੈ, ਇਹ ਜਿੱਤੀ ਨਹੀਂ ਜਾਏਗੀ। ਇਸ ਥਾਂ ਤੇ ਨਗਰ ਵਸਾਉਣਾ ਕਰੋ। ਉੱਥੇ ਫਿਰ ਸਤਿਗੁਰੂ ਮਹਾਰਾਜ ਜੀ ਦਾ ਹੁਕਮ ਮੰਨਿਆ ਜੋਗੇ ਨੇ, ਤੇ ਮਹਾਰਾਜ ਜੀ ਦੇ ਹੁਕਮ ਦੇ ਨਾਲ ਉੱਥੇ ਫਿਰ ਨਗਰ ਵਸਾਇਆ। ਉੱਥੇ ਨਗਰ ਵਸਦਾ ਹੈ ਜੋਗਾ ਨਗਰ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਫਿਰ ਇੱਥੋਂ ਰਲੇ ਤੋਂ ਹੁੰਦਿਆਂ ਹੋਇਆਂ ਸਤਿਗੁਰੂ ਸਮਰਾਵਾਂ ਜਾਂਦੇ ਨੇ। ਸਮਰਾਵਾਂ ਨਗਰ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੂੰ ਖਬਰ ਮਿਲਦੀ ਹੈ ਕਿ ਸੰਗਤ ਜਿਹੜੀ ਸੀ ਕਾਬਲ ਦੀ, ਕਿਉਂਕਿ ਜਦੋਂ ਸਤਿਗੁਰੂ ਮਹਾਰਾਜ ਜੀ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਪ੍ਰਗਟ ਹੁੰਦੇ ਨੇ, ਧੀਰ ਮੱਲ ਦਾਅਵੇਦਾਰੀ ਕਰਦਾ ਹੈ ਕਿ ਗੁਰੂ ਨਾਨਕ ਦੀ ਗੱਦੀ ਮੇਰੇ ਕੋਲ ਹੋਣੀ ਚਾਹੀਦੀ ਹੈ। ਤੇ ਕਾਬਲ ਦੀ ਸੰਗਤ ਉੱਥੋਂ ਦੇ ਖਾਸ ਕਰਕੇ ਭਾਈ ਜੇਠਾ, ਭਾਈ ਗੋਂਦਾ ਇਤਿਆਦਿਕ ਜਿਹੜੇ ਮੁਖੀ ਸਿੱਖ ਸਨ, ਉਹਨਾਂ ਨੂੰ ਸਤਿਗੁਰੂ ਮਹਾਰਾਜ ਜੀ ਨੇ ਵੀ, ਧੰਨ ਗੁਰੂ ਤੇਗ ਬਹਾਦਰ ਜੀ ਨੇ ਸਧਾਰਨ ਜਿਹਾ ਸਰੋਪਾ ਤੇ ਕੁਝ ਦਾਤ ਭੇਜੀ। ਤੇ ਦੂਸਰੇ ਪਾਸੇ ਜਿਹੜਾ ਸੀ ਧੀਰ ਮੱਲ ਨੇ ਬੜੇ ਕੀਮਤੀ ਰੇਸ਼ਮ ਤੇ ਜਰੀ ਦੇ ਸਰੋਪੇ ਭੇਜੇ, ਜਿਹੜੇ ਵੇਖਣ ਨੂੰ ਵੀ ਭਾਰੇ ਲੱਗਦੇ ਸੀ। ਤੇ ਸੰਗਤ ਦੁਚਿੱਤੀ ਦੇ ਵਿੱਚ ਸੀ ਕਿ ਅਸਲ ਦੇ ਵਿੱਚ ਗੁਰੂ ਕੌਣ ਹੋਵੇਗਾ, ਕਿ ਜਿਨੇ ਸਧਾਰਨ ਦੇ ਸਰੋਪੇ ਭੇਜੇ ਜਾਂ ਜਿਨੇ ਇਹ ਭਾਰੀ ਭਰਕਮ ਰੇਸ਼ਮ ਤੇ ਜਰੀ ਦੇ ਸਰੋਪੇ ਸਾਨੂੰ ਭੇਜਣਾ ਕੀਤੇ। ਉੱਥੇ ਭਾਈ ਜੇਠੇ ਨੇ ਆਖਿਆ ਸੀ ਕਿ ਗੁਰੂ ਨਾਨਕ ਦੀ ਘਰ ਦੀ ਅਜ਼ਮਤ ਭਾਰੀ ਹੈ, ਉਹਨਾਂ ਦੀ ਅਜ਼ਮਤ ਵੱਡੀ ਏ। ਵੇਖਣ ਨੂੰ ਧੀਰ ਮੱਲ ਦਾ ਸਰੋਪਾ, ਉਹਦੀ ਦਾਤ ਜੋ ਉਹਨੇ ਭੇਜੀ ਉਹ ਭਾਰੀ ਲੱਗਦੀ ਏ, ਤੇ ਦੇਖਣ ਨੂੰ ਤੇਗ ਬਹਾਦਰ ਜੀ ਦੀ ਦਾਤ ਹੌਲੀ ਤੇ ਸਧਾਰਨ ਲੱਗਦੀ ਏ। ਪਰ ਇਸ ਤਰ੍ਹਾਂ ਕਰੀਏ, ਗੁਰੂ ਨਾਨਕ ਦੇਵ ਮਹਾਰਾਜ ਅੱਗੇ ਅਰਦਾਸ ਕੀਤੀ। ਤਕੜੀ ਦੇ ਦੋਨਾਂ ਪੱਲਿਆਂ ਦੇ ਵਿੱਚ ਉਹ ਦੋਨੋਂ ਸਰੋਪੇ ਰੱਖੇ ਗਏ। ਇੱਕ ਪਾਸੇ ਧੀਰ ਮੱਲ ਦਾ ਜਿਹੜਾ ਵੇਖਣ ਨੂੰ ਭਾਰਾ ਲੱਗੇ, ਤੇ ਦੂਸਰੇ ਪਾਸੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ। ਤੇ ਤਕੜੀ ਜਦੋਂ ਤੋਲੀ ਅਰਦਾਸ ਕਰਕੇ ਗੁਰੂ ਨਾਨਕ ਦੇ ਚਰਨਾਂ 'ਚ, ਜਿਹੜਾ ਭਾਰਾ ਲੱਗਦਾ ਸੀ ਉਹ ਹੌਲਾ ਹੋ ਕੇ ਤੇ ਸ਼ਾਬਾ ਉੱਪਰ ਨੂੰ ਉੱਠਿਆ, ਤੇ ਜਿਹੜਾ ਹੌਲਾ ਦਾਤ ਲੱਗਦੀ ਸੀ, ਸਰੋਪਾ ਹੌਲਾ ਸਧਾਰਨ ਲੱਗਦਾ ਸੀ, ਉਹ ਜਿਹੜਾ ਪੱਲੜਾ ਸੀ ਭਾਰੀ ਹੋ ਕੇ ਤੇ ਨੀਵਾਂ ਹੋ ਗਿਆ। ਸੰਗਤ ਨੂੰ ਯਕੀਨ ਹੋ ਗਿਆ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਡਾ ਮਾਰਗ ਦਰਸ਼ਨ ਕੀਤਾ, ਕਿਉਂਕਿ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੀ ਕੀ ਬਿਰਥਾ ਹੋਏ ਸੋ ਗੁਰ ਪਹਿ ਅਰਦਾਸ ਕਰ। ਜਦੋਂ ਸਾਰੇ ਹੀਲੇ ਵਸੀਲੇ ਖਤਮ ਹੋ ਜਾਣ, ਗੁਰੂ ਚਰਨਾਂ ਵਿੱਚ ਅਰਦਾਸ ਕਰੀ ਤੇ ਮਹਾਰਾਜ ਅਰਦਾਸ ਨੂੰ ਫਲ ਜ਼ਰੂਰ ਬਖਸ਼ਿਸ਼ ਕਰਦੇ ਨੇ। ਫਿਰ ਸਤਿਗੁਰੂ ਮਹਾਰਾਜ ਜਦੋਂ ਸਮਰਾਵਾਂ ਆਏ ਤੇ ਮਹਾਰਾਜ ਨੂੰ ਖਬਰ ਮਿਲੀ ਕਿ ਕਾਬਲ ਦੀ ਜਿਹੜੀ ਸੰਗਤ ਹੈ ਉਹ ਚੱਲ ਕਰਕੇ ਅਨੰਦਪੁਰ ਸਾਹਿਬ ਆਈ।
ਕਿਉਂਕਿ ਪਤਾ ਸੰਗਤ ਨੂੰ ਲੱਗ ਚੁੱਕਿਆ ਸੀ ਕਿ ਮਹਾਰਾਜ ਨੇ ਨਵਾਂ ਨਗਰ ਵਸਾਇਆ। ਆਨੰਦਪੁਰ ਸਾਹਿਬ ਪਹੁੰਚਣ ਤੋਂ ਬਾਅਦ ਵਿੱਚ ਪਤਾ ਲੱਗਿਆ ਕਿ ਮਹਾਰਾਜ ਪੂਰਬ ਦੀ ਯਾਤਰਾ ਕਰਦੇ ਪਏ ਨੇ, ਤੇ ਇਹ ਸੰਗਤ ਜਿਹੜੀ ਸੀ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਪਿੱਛੇ ਪਿੱਛੇ ਆਉਂਦੀ ਪਈ ਏ। ਮਹਾਰਾਜ ਜੀ ਨੇ ਫਿਰ ਕਿਰਪਾ ਕੀਤੀ, ਇਸੇ ਥਾਂ ਤੇ ਸਮਰਾਵਾਂ ਜਿਹੜਾ ਨਗਰ ਹੈ ਇੱਥੇ ਮਹਾਰਾਜ ਜੀ ਨੇ ਫਿਰ ਟਿਕਾਣਾ ਕਰਨਾ ਕੀਤਾ। ਸਤਿਗੁਰ ਮਹਾਰਾਜ ਜੀ ਨੇ ਸੰਗਤ ਦਾ ਇੰਤਜ਼ਾਰ ਇੱਥੇ ਕੀਤਾ। ਕਾਬਲ ਦੀ ਸੰਗਤ ਨੇ ਆ ਕਰਕੇ ਸਤਿਗੁਰ ਮਹਾਰਾਜ ਜੀ ਦੇ ਚਰਨ ਪਰਸੇ। ਸਤਿਗੁਰ ਮਹਾਰਾਜ ਜੀ ਨੂੰ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਮਹਾਰਾਜ ਦੱਸੋ ਕੋਈ ਉਪਦੇਸ਼ ਸਾਨੂੰ ਦੇਣਾ ਕਰੋ। ਸਤਿਗੁਰ ਮਹਾਰਾਜ ਕਹਿੰਦੇ ਨੇ ਇੱਕ ਤਾਂ ਇਹ ਜਿਹੜਾ ਸਾਡਾ ਮਨੁੱਖਾ ਸਰੀਰ ਮਨੁੱਖਾ ਜਨਮ ਮਿਲਿਆ ਹੈ ਇਹ ਦੁਰਲੱਭ ਹੈ, ਇਹਦੇ ਵਰਗੀ ਵਸਤੂ ਹੋਰ ਕਿਤੇੋਂ ਨਹੀਂ ਮਿਲ ਸਕਦੀ। ਬਾਣੀ ਦੇ ਬਚਨ ਅਸੀਂ ਪੜ੍ਹਦੇ ਹਾਂ ਕਿ ਦੁਰਲੱਭ ਜਨਮ ਪੁੰਨ ਫਲ ਪਾਇਓ ਬਿਰਥਾ ਜਾਤ ਅਬ ਵੇਖੈ। ਵਿਵੇਕ ਨੂੰ ਕਹਿੰਦੇ ਨੇ, ਵਿਵੇਕ ਦੇ ਅਰਥ ਹੁੰਦੇ ਨੇ ਕਿ ਤੁਲਨਾਤਮਕ ਬੁੱਧੀ ਹੋਣਾ, ਜਿਹਦੇ ਨਾਲ ਅਸੀਂ ਕੰਪੈਰੀਜ਼ਨ ਕਰ ਸਕੀਏ ਕਿ ਸੱਚ ਕੀ ਝੂਠ ਕੀ ਹੈ, ਲਾਭ ਕੀ ਹੈ ਹਾਨੀ ਕੀ ਹੈ। ਅਰਦਾਸ ਦੇ ਵਿੱਚ ਵੀ ਅਸੀਂ ਕਹਿੰਦੇ ਹਾਂ ਕਿ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਉੱਥੇ ਵੀ ਅਸੀਂ ਵਿਵੇਕ ਦੀ ਦਾਤ ਮੰਗਦੇ ਹਾਂ। ਸਤਿਗੁਰੂ ਮਹਾਰਾਜ ਜੀ ਨੇ ਜਿਹੜੇ 5 ਸਰੋਵਰ ਸਾਨੂੰ ਬਖਸ਼ਿਸ਼ ਕੀਤੇ, ਅੰਮ੍ਰਿਤਸਰ ਦੀ ਉਹ ਧਰਤੀ ਜਿਹੜੀ ਅਰਦਾਸ ਅਸੀਂ ਕਹਿੰਦੇ ਹਾਂ ਕਿ ਸ਼੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਉਹਨਾਂ 5 ਦੇ ਵਿੱਚੋਂ ਰਾਮਸਰ ਹੈ ਤੇ ਦੂਸਰਾ ਵਿਵੇਕਸਰ ਹੈ, ਸੰਤੋਖਸਰ ਹੈ, ਕੌਲਸਰ ਹੈ ਤੇ ਹਰਿਮੰਦਰ ਸਾਹਿਬ। ਇਹ 5 ਸਰੋਵਰ ਨੇ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਕਿਹਾ, ਬੇਨਤੀ ਸੰਗਤ ਕਰਦੀ, ਮਹਾਰਾਜ ਜੀਵਨ ਦਾ ਅਸਲ ਮਨੋਰਥ ਕੀ? ਤੇ ਮਹਾਰਾਜ ਕਹਿੰਦੇ ਨੇ ਮਨੁੱਖਾ ਜਨਮ ਅਮੋਲਕ ਹੈ, ਇਹ ਰਤਨ ਦੇ ਵਾਂਗ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਕਿ ਇਹਨੂੰ ਦੁਰਲੱਭ ਜਨਮ ਨੂੰ ਗਵਾਉਣਾ ਨਹੀਂ ਚਾਹੀਦਾ। ਇਹ ਨਾ ਹੋਵੇ ਕਿ ਵਿਸ਼ੇ ਵਿਕਾਰਾਂ ਦੇ ਵਿੱਚ ਫਸ ਕਰਕੇ ਇਹ ਜੀਵਨ ਗਲਤਾਨ ਹੋ ਜਾਏ। ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਦੁਰਲੱਭ ਜਨਮ ਪੁੰਨ ਫਲ ਪਾਇਓ ਬਿਰਥਾ ਜਾਤ ਅਬਵੇਕੇ। ਅਬਵੇਕ ਦੇ ਕਰਕੇ, ਗਿਆਨਹੀਨ ਹੋਣ ਕਰਕੇ ਇਹ ਮਨੁੱਖਾ ਜਨਮ ਦੁਰਲੱਭ ਜਿਹੜਾ ਸੀ ਇਹ ਅਗਿਆਨਤਾ ਦੇ ਵਾਲੇ ਪਾਸੇ ਤੁਰਿਆ ਜਾ ਰਿਹਾ, ਵਿਅਰਥ ਤੁਰਿਆ ਜਾ ਰਿਹਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਨੇ ਬਾਣੀ ਦੇ ਵਿੱਚ ਹੋਰ ਵੀ ਕਿਰਪਾ ਕੀਤੀ। ਮਹਾਰਾਜ ਕਹਿੰਦੇ ਨੇ ਦੇਖੋ, ਜਿਵੇਂ ਰੱਬ ਦਾ ਨਾਮ ਦੁਰਲੱਭ ਹੈ, ਪਰਮਾਤਮਾ ਦਾ ਨਾਮ ਵੀ ਦੁਰਲੱਭ ਹੀ ਕਿਹਾ ਗਿਆ ਬਾਣੀ ਦੇ ਅੰਦਰ ਕਿ ਉਹਨੂੰ ਅਸੀਂ ਮੁੱਲ ਖਰੀਦ ਕੇ ਨਹੀਂ ਪ੍ਰਾਪਤ ਕਰ ਸਕਦੇ, ਅਸੀਂ ਧਨ ਦੇ ਕੇ ਨਾਮ ਦੀ ਪ੍ਰਾਪਤੀ ਨਹੀਂ ਕਰ ਸਕਦੇ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਇਸੇ ਤਰ੍ਹਾਂ ਜਿੰਨੇ ਸਾਡੇ ਸਵਾਸ ਨੇ ਇਹ ਵੀ ਕੀਮਤੀ ਨੇ, ਇਹ ਵੀ ਦੁਰਲੱਭ ਨੇ, ਇਹਨਾਂ ਨੂੰ ਵੀ ਅਸੀਂ ਮੁੱਲ ਨਹੀਂ ਖਰੀਦ ਸਕਦੇ। ਸਾਧ ਸੰਗਤ ਦੇਖੋ, ਬੰਦਾ ਜ਼ਿੰਦਗੀ ਦੇ ਅਖੀਰਲੇ ਸਵਾਸ ਲੈਂਦਾ ਹੋਵੇ ਤੇ ਅਖੀਰਲੇ ਸਵਾਸਾਂ ਦੇ ਵਿੱਚ ਡਾਕਟਰ ਆ ਕੇ ਕਵੇ ਕਿ ਮੈਂ ਤੁਹਾਨੂੰ ਹੁਣ ਬਚਾ ਨਹੀਂ ਸਕਦਾ, ਤੁਸੀਂ ਕੁਝ ਪਲ ਕੁਝ ਘੜੀਆਂ ਦੇ ਮਹਿਮਾਨ ਹੋ, ਤੇ ਸਾਧ ਸੰਗਤ ਜੀ ਉਸ ਵੇਲੇ ਤੁਸੀਂ ਦੇਖੋਗੇ ਕਿ ਬੰਦਾ ਦਾਅਵਾ ਕਰੇ ਕਿ ਮੇਰੇ ਤੋਂ ਧਨ ਬੜਾ, ਮੇਰੇ ਤੋਂ ਸੰਪਤੀ ਬੜੀ, ਮੈਂ ਇਹ ਧਨ ਸੰਪਤੀ ਸਾਰੀ ਤੁਹਾਨੂੰ ਦੇ ਦੇਣਾ ਤੇ ਮੈਨੂੰ ਕੇਵਲ ਕੁਝ ਸਮਾਂ ਦੇ ਦਿਓ, ਮੈਂ ਕੁਝ ਸਮਾਂ ਜਿਉਣਾ ਚਾਹੁੰਦਾ। ਡਾਕਟਰ ਕਹਿਣਗੇ ਕਿ ਕੇਵਲ ਅਸੀਂ ਤੁਹਾਨੂੰ ਆਕਸੀਜਨ ਤੇ ਦੇ ਸਕਦੇ ਹਾਂ, ਆਰਟੀਫਿਸ਼ਲ ਸਵਾਸ ਤੇ ਦੇ ਸਕਦੇ ਹਾਂ, ਪਰ ਤੁਹਾਨੂੰ ਜ਼ਿੰਦਗੀ ਨਹੀਂ ਦੇ ਸਕਦੇ। ਇਸ ਆਤਮੇ ਨੂੰ ਸਰੀਰ ਦੇ ਵਿੱਚ ਰੋਕ ਕੇ ਨਹੀਂ ਰੱਖ ਸਕਦੇ। ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਸਿੱਧਾਂ ਨੇ ਪੁੱਛਿਆ ਸੀ, ਮਹਾਰਾਜ ਇਸ ਸਰੀਰ ਦਾ ਆਧਾਰ ਕੀ? ਮਹਾਰਾਜ ਕਹਿੰਦੇ ਨੇ ਇਸ ਸਰੀਰ ਦਾ ਪਵਨ ਆਰੰਭ ਸਤਿਗੁਰ ਮਤ ਵੇਲਾ। ਮਹਾਰਾਜ ਕਹਿੰਦੇ ਨੇ ਇਸ ਸਰੀਰ ਦਾ ਆਰੰਭ ਪਵਨ ਹੈ, ਪੌਣ ਹੈ, ਸਵਾਸ ਨੇ। ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਨੇ ਕਿਹਾ ਕਿ 3 7 ਅੰਗੁਲ ਵਾਈ ਕਹੀਏ, 3 7 7 ਤੇ 3 10, 3 7 7 ਤੇ 3 10 ਉਂਗਲਾਂ ਸਵਾਸ ਸਾਡੇ ਮੂੰਹ ਤੋਂ ਬਾਹਰ ਆਉਂਦਾ ਹੈ ਤੇ 10 ਉਂਗਲਾਂ ਦੂਰ ਤੱਕ ਦੀ ਹਵਾ ਨੂੰ ਅਸੀਂ ਅੰਦਰ ਗ੍ਰਹਿਣ ਕਰਦੇ ਹਾਂ। ਤੇ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਜਿੱਦਣ ਇਸ 10 ਉਂਗਲਾਂ ਤੋਂ ਸਵਾਸ ਪਾਰ ਹੋਇਆ ਮੁੜ ਕੇ ਪਰਤ ਕੇ ਵਾਪਸ ਨਹੀਂ ਆਉਂਦਾ। ਹਮ ਆਦਮੀ ਹਾਂ ਇੱਕਦਮੀ, ਮੋਹਲਤ ਮੋਹਤ ਨ ਜਾਣਾ, ਨਾਨਕ ਬਿਨਵੇਂ ਤਿਸੇ ਸਰੇਵੋ, ਜਾ ਕੇ ਜੀ ਪ੍ਰਾਨਾ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਇਹ ਜਨਮ ਅਮੋਲਕ ਹੈ, ਦੁਰਲੱਭ ਹੈ, ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੰਬਾਰ, ਜੋ ਬਨ ਫਲ ਪਾਕੇ ਭੂਏ ਗਿਰੇ, ਬਹੁਰ ਨਾ ਲਾਗੇ ਡਾਰ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ। ਮਹਾਰਾਜ ਕਹਿੰਦੇ ਨੇ ਕਿ ਭਈ ਪ੍ਰਾਪਤ ਮਾਨਖ ਦੇਹਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਗੋਬਿੰਦ ਮਿਲਣ ਦਾ ਇਹ ਵੇਲਾ ਹੈ, ਇਹ ਦੁਰਲੱਭ ਜਨਮ ਮਿਲਿਆ, ਕਿਤੇ ਅਜਾਈ ਨਾ ਚਲਿਆ ਜਾਏ।
ਸਤਿਗੁਰ ਮਹਾਰਾਜ ਬਖਸ਼ਿਸ਼ ਰਹਿਮਤ ਕਰਨ। ਇਤਿਹਾਸ ਦੀ ਲੜੀ ਨੂੰ ਆਪਾਂ ਅਗਲੇ ਦੀਵਾਨ ਦੇ ਵਿੱਚ ਸਰਵਣ ਕਰਾਂਗੇ। ਬੋਲਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਸਤਿਗੁਰ ਮਹਾਰਾਜ ਕਿਰਪਾ ਕਰਨ, ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਤਾਰ, ਜਿਤ ਦੁਆਰੇ ਉਬਰੇ, ਤਿੱਤੇ ਲਿਹੋ ਉਭਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ